ये कहना चाहना कि किताब बड़ी छोटी जी है, लेकिन समागम बहुत वड्डा हो गया। बहुत बड़े बड़े विद्वान उन्होंने विचार सुनने का मौका भी मिले, लेकिन इन्नी उम्मीद दे नाल बुक इस तरह नहीं छापी गई सी कि इन्नी चर्चा दे विच इहदे ते इन्नी चर्चा होएगी। इहदे विच की है, इहदे विच की लिखिया गया, वो गल एक अपने थां ते वखरी है। मेरे इस गल दे लई मैं सब तो पहला बहुत ही ऋणी हाँ पंजाबी विभाग पंजाबी यूनिवर्सिटी पटियाला उन्हां दे मुखी डॉक्टर सुरजीत सिंह और एजुकेशनिस्ट फोरम और उन्हां दे प्रधान तरसेम बाहिया जी ते दूसरे विद्वान जिन्हां ने इहदे विच हिस्सा लिया, खास तौर ते जिहड़े भावें इत्थे नहीं आ सके लेकिन वो बहुत वड्डे विद्वान ने और अपने अपने विभाग दे मुखी रहे ने, मुखी हैं। डॉक्टर रौनकी राम जी और डॉक्टर चमन लाल जी, जिन्होंने सुनने दे अभिलाषी रहे हैं हमेशा, लेकिन अज अपनी पुस्तक ते बोलदियां सुनिया बहुत चंगा लगा। जदों ये पुस्तक नहीं सी, छोटा जिहा पैम्फलेट छापण दा एक इरादा सी कि कुछ चीज़ां शहीद आज़म भगत सिंह दे बारे च थोड़े सफ़ियां दे विच, क्योंकि ज़माना बदल गया, बहुत वड्डियां वड्डियां किताबां विद्वान पढ़ते ने जां खोजकार पढ़ते ने, लेकिन आम जिहड़ा साडा नौजवान है शहरां च बैठा है, पिंडां च बैठा हैगा, जां जिहदे हत्थ च मोबाइल है, वो जल्दी दे नाल कोई चीज़ जिहड़ी ना हो चाहुंदा कि उन्हां दे कोल जावे ते छोटी वॉल्यूम वड्डा ना होवे। और लिखण तो बाद मैं सब तो पहलां जिहड़ी गल ये सोची कि मैनूं दिखा लेना चाहिए किसी नूं, क्योंकि जदों मैं पहली पुस्तक लिखी सी पंजाब कम्यून, तां उदों भी मैनूं ये लगदा सीगा कि जदों ये पुस्तक गई शायद मैनूं काफ़ी आलोचना का सामना करना पेगा, क्योंकि उहदा भी दृष्टिकोण जिहड़ा ना वो अलग सी, लेकिन वो छपण तो बाद रिस्पॉन्स अच्छा आया। लेकिन इस बार फिर ये सी कि किन्हां नूं दिखाई जाए। वो ये सीगा कि ਜਿਹੜੇ ਆਪਣੇ ਵਿਰੋਧੀ ਵਿਚਾਰਾਂ ਨੂੰ, ਆਪਣੇ ਨਾਲ ਅਸਹਿਮਤ ਵਿਚਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਯਾਸ ਕਰਦੇ ਆ, ਯਤਨ ਕਰਦੇ ਆ, ਇੱਕ ਤੇ ਉਹ ਹੋਣ। ਫਿਰ ਉਹਦੇ ਲਈ ਕਿਉਂਕਿ ਜੋ ਮੇਰੀ ਜਾਣਕਾਰੀ 'ਚ ਹੋਰ ਵੀ ਹੋਣਗੇ ਮਿੱਤਰ ਇਸ ਤਰ੍ਹਾਂ ਸਟਰਗਲ ਦੇ ਵਿੱਚੋਂ ਦੀ ਲੰਘਦੇ, ਉਹ ਪ੍ਰਿੰਸੀਪਲ ਤਰਸੇਮ ਬਾਈਆ ਜੀ ਸਨ, ਜਿਹੜੇ ਬੜੇ ਵਿਸ਼ਾਲ ਹਿਰਦੇ ਨਾਲ ਦੂਸਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਯਤਨ 'ਚ ਰਹਿੰਦੇ ਆ ਹਮੇਸ਼ਾ। ਇੱਕ ਤਾਂ ਇਹਨਾਂ ਨੂੰ ਦਿਖਾਇਆ ਜਾ ਕਿ ਕਿਉਂਕਿ ਜੋ ਉਹਦੇ 'ਚੋਂ ਪ੍ਰਗਟ ਹੁੰਦਾ ਸੀ ਮੇਰੇ ਅਧਿਐਨ ਦੇ ਵਿੱਚੋਂ ਉਹ ਸੀ। ਦੂਸਰਾ ਇਹ ਕਿ ਜਿਹੜੇ ਮੂਵਮੈਂਟ 'ਚ ਨੇ, ਲੇਕਿਨ ਉਹ ਆਪਣੇ ਸਰਕਲ ਤੋਂ ਬਾਹਰ ਵੀ ਉਹਨਾਂ ਦਾ ਕੋਈ ਅੱਛਾ ਇਮੇਜ ਨਹੀਂ ਚਾਹੁੰਦੇ ਹੋਣ ਲੋਕ, ਭਾਵੇਂ ਉਹ ਉਹਨਾਂ ਨੂੰ ਜਾਣਦੇ ਹੋਣ ਨਾ ਚਾਹੁੰਦੇ ਹੋਣ, ਵੀ ਔਰਾ ਉਹਨਾਂ ਦਾ ਬਾਹਰ ਤੱਕ ਵੀ ਫੈਲਿਆ ਹੋਇਆ ਹੋਵੇ। ਫਿਰ ਮੈਨੂੰ ਇਹ ਇਸ ਕਰਕੇ ਨਹੀਂ ਕਿ ਵੀ ਸਾਡੀ ਮਿੱਤਰਤਾ ਹੈ ਮੰਗਤ ਰਾਮ ਪਾਸਲਾ ਦੀ ਤੇ ਮੇਰੀ, ਲੇਕਿਨ ਮੈਂ ਸਮਝਦਾ ਕਿ ਇਹ ਇੱਕ ਖੁੱਲ੍ਹ ਡੁੱਲ ਹੈ ਇਹਨਾਂ ਦੇ ਵਿੱਚ, ਇਹਨਾਂ ਦੇ ਵਿਚਾਰਾਂ 'ਚ ਖੁੱਲ੍ਹ ਡੁੱਲ ਹੈ, ਔਰ ਇਹਨਾਂ ਦੀ ਇਸ ਖੁੱਲ੍ਹ ਡੁੱਲ ਨੂੰ ਬਾਹਰ ਪਸੰਦ ਕੀਤਾ ਜਾਂਦਾ, ਇਹਨਾਂ ਦੀ ਪਾਰਟੀ ਤੋਂ ਬਾਹਰ ਵੀ ਪਸੰਦ ਕੀਤਾ ਜਾਂਦਾ, ਕਮਿਊਨਿਸਟ ਸਰਕਲਾਂ ਤੋਂ ਬਾਹਰ ਵੀ ਪਸੰਦ ਕੀਤਾ ਜਾਂਦਾ। ਤੀਸਰੇ ਮੇਰੇ ਇਹ ਸੀਗਾ ਕਿ ਵੀ ਬੇਲਿਹਾਜ਼ ਕੋਈ ਜਿਹੜੇ ਪਾਰਖੂ ਹੈਗੇ ਆ ਜਿਨ੍ਹਾਂ ਨੂੰ ਮੈਂ ਜਾਣਦਾ ਹੈਗਾ ਉਹਨਾਂ ਦੇ ਵਿੱਚੋਂ। ਸੋ ਇਸ ਕਰਕੇ ਮੈਂ ਬਹੁਤ ਰਿਣੀ ਹਾਂ, ਦਿਖਾਉਣ ਲਈ ਭੇਜਿਆ ਸੀਗਾ ਬਾਈਆ ਜੀ ਨੂੰ, ਇਹਨਾਂ ਨੇ ਲਿਖਣ ਦੀ ਬੇਨਤੀ ਨੂੰ ਵੀ ਸਵੀਕਾਰ ਕਰ ਲਿਆ। ਪਾਸਲਾ ਜੀ ਨੂੰ ਭੇਜਿਆ ਸੀ
ਲੇਕਿਨ ਬਾਅਦ 'ਚ ਹੀ ਕਿਹਾ ਗਿਆ ਦਿਖਾਉਣ ਤੋਂ ਬਾਅਦ ਕਿ ਜੀ ਥੋੜ੍ਹਾ ਜਿਹਾ ਕੁਛ ਲਿਖ ਵੀ ਦਿਓਗੇ ਤਾਂ ਇਹ ਪੁਸਤਕ ਦੀ ਸ਼ਕਲ। ਸੋ ਇਸ ਕਰਕੇ ਮੈਂ ਬਾਈਆ ਜੀ ਦਾ, ਪਾਸਲਾ ਜੀ ਦਾ, ਡਾਕਟਰ ਹਰਬੰਸ ਜੀ ਦਾ ਬਹੁਤ ਰਿਣੀ ਹਾਂ। ਰਹੀ ਗੱਲ ਇਹ ਕਿ ਮੈਂ ਬਹੁਤ ਬਰੀਫ ਦੇ ਵਿੱਚ ਦੋ ਕੁ ਗੱਲਾਂ ਕਰਨੀਆਂ ਕਿ ਇਹ ਕਿਉਂ ਇਸ ਪ੍ਰੋਜੈਕਟ ਬਾਰੇ ਸੋਚਿਆ ਗਿਆ। ਇਹ ਆ ਕਿ ਜਦੋਂ ਕਿਸੇ ਵੀ ਕ੍ਰਾਂਤੀਕਾਰੀ ਦੇ ਬਾਰੇ, ਮਹਾਨ ਵਿਅਕਤੀ ਦੇ ਬਾਰੇ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਉਹਦੀ ਜ਼ਿੰਦਗੀ ਬਾਰੇ ਉੱਥੋਂ ਸ਼ੁਰੂ ਕਰਦੇ ਹਾਂ ਕਿ ਜਦੋਂ ਮਹਾਨ ਬਣ ਗਿਆ, ਉਹਨੇ ਕਿਹੜੇ ਮਹਾਨ ਕੰਮ ਕੀਤੇ, ਉਹਨੇ ਕਿਸ ਤਰ੍ਹਾਂ ਦੀ ਮਾਨਵਤਾ ਨੂੰ, ਕਿਸ ਤਰ੍ਹਾਂ ਦੀ ਸੁਸਾਇਟੀ ਨੂੰ, ਸੰਸਾਰ ਨੂੰ ਦੇਣ ਕਿਸ ਤਰ੍ਹਾਂ ਦੀ ਦਿੱਤੀ। ਸਾਡਾ ਉਹਦੇ ਬਾਰੇ ਅਧਿਐਨ ਉੱਥੋਂ ਸ਼ੁਰੂ ਹੁੰਦਾ ਹੈ। ਮੇਰੇ ਜ਼ਿਹਨ ਦੇ ਵਿੱਚ ਇਹ ਸੀ ਕਿ ਮਹਾਨ ਜਦੋਂ ਬਣਦਾ ਆ ਕੋਈ ਵਿਅਕਤੀ, ਸਾਰੇ ਤਾਂ ਨਹੀਂ ਬਣ ਜਾਂਦੇ, ਕਰੋੜਾਂ ਅਰਬਾਂ ਦੀ ਪਾਪੂਲੇਸ਼ਨ ਹੈ, ਉਹ ਵਿਅਕਤੀਆਂ ਦੇ ਵਿੱਚ ਕਿਹੜੀ ਗੱਲ, ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਉਹਨੂੰ ਮਹਾਨਤਾ ਵੱਲ ਲੈ ਕੇ ਜਾਂਦੀ ਆ। ਇਹ ਜ਼ਰੂਰ ਇਹ ਸਮਝਣ ਦੀ ਜ਼ਰੂਰਤ ਹੈ। ਉਹ ਕਿਹੜਾ ਗੁਣ ਹੈ ਉਹਨਾਂ ਦਾ ਜਿਸ ਕਰਕੇ ਉਹ ਮਹਾਨ ਬਣਦਾ। ਇਹ ਬੜੀ ਪੁਰਾਣੀ ਮੇਰੇ ਦਿਮਾਗ ਦੇ ਵਿੱਚ ਕਹਿ ਲਈਏ ਕਿ 70ਵਿਆਂ ਦੇ ਪਹਿਲੇ ਅੱਧ ਤੋਂ ਹੀ ਇਸ ਤਰ੍ਹਾਂ ਦਾ ਚੱਲਦਾ ਆ ਰਿਹਾ ਕਿ ਇਹ ਕਿਸ ਤਰ੍ਹਾਂ ਮਹਾਨ ਹੋਇਆ। ਕਾਰਲ ਮਾਰਕਸ ਕਿਸ ਤਰ੍ਹਾਂ ਕਾਰਲ ਮਾਰਕਸ ਹੋਇਆ। ਪਹਿਲਾਂ ਤਾਂ ਪਹਿਲੇ ਦਿਨ ਤਾਂ ਨਹੀਂ ਸੀ, ਜਦੋਂ ਉਹ ਸਕੂਲ ਕਾਲਜ ਪੜ੍ਹਦੇ ਸੀ ਉਦੋਂ ਤਾਂ ਸੀ ਹੀ ਨਹੀਂ। ਫਿਰ ਇਸ ਤਰ੍ਹਾਂ ਦੀ ਫੀਲਿੰਗ ਸੀ ਕਿ ਉਹਨਾਂ ਦੀਆਂ ਜਿਹੜੀਆਂ ਸੰਵੇਦਨਾਵਾਂ ਨੇ, ਉਹਨਾਂ ਦੀਆਂ ਜਿਹੜੀਆਂ ਸੂਖਮਤਾ ਹੈ, ਉਹਦਾ ਬੜਾ ਰੋਲ ਆ। ਔਰ ਇਹਦੇ ਉੱਤੇ ਕੋਸ਼ਿਸ਼ ਵੀ ਮੈਂ ਕੀਤੀ ਕਿ 70ਵਿਆਂ ਦੇ ਪਹਿਲੇ ਅੱਧ ਦੇ ਵਿੱਚ ਕਾਰਲ ਮਾਰਕਸ ਦੇ ਹਿਊਮਨਿਜ਼ਮ ਦੇ ਬਾਰੇ 'ਚ ਪਹਿਲੀ ਵਾਰੀ ਮੈਂ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਅਲੱਗ ਕਿਉਂ ਹੁੰਦੇ ਆ। ਸੋ ਮੋਟੇ ਤੌਰ 'ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਨਸਾਨ ਦਾ, ਉਸ ਕ੍ਰਾਂਤੀਕਾਰੀ ਦਾ, ਜਦੋਂ ਵੀ ਕ੍ਰਾਂਤੀਕਾਰੀ ਨੂੰ, ਕਿਸੇ ਨੂੰ ਅਸੀਂ ਜਾਂ ਵੱਡੇ ਵਿਅਕਤੀ ਨੂੰ, ਵੱਡੇ ਫਿਲਾਸਫਰ ਨੂੰ ਦੇਖਣ ਦਾ ਯਤਨ ਕਰਾਂਗੇ ਤਾਂ ਸਾਨੂੰ ਇਹ ਲੱਗੇਗਾ ਕਿ ਪਹਿਲੀ ਗੱਲ ਉਹਦੇ ਵਿੱਚ ਜਿਹੜੀ ਨਾ ਹਿਊਮਨਿਜ਼ਮ ਦਾ ਹੋਣਾ ਬੜਾ ਜ਼ਰੂਰੀ ਹੈ। ਉਹਦੇ 'ਚ ਮਾਨਵਤਾ ਕੁੱਟ-ਕੁੱਟ ਕੇ ਭਰੀ ਹੋਈ ਹੋਵੇ। ਮਾਨਵਤਾ ਉਹਨਾਂ ਦਾ ਗੁਣ ਹੁੰਦਾ ਆ। ਦੂਜਾ ਇਹ ਕਿ ਉਹਦੀਆਂ ਜਿਹੜੀਆਂ ਸੂਖਮ ਸੰਵੇਦਨਾਵਾਂ ਹੈਗੀਆਂ ਉਹ ਬਹੁਤ ਸੂਖਮ, ਜਿੰਨੀਆਂ ਸੂਖਮ ਸੰਵੇਦਨਾਵਾਂ ਹੁੰਦੀਆਂ ਉਨਾ ਹੀ ਉਹ ਦ੍ਰਿੜ ਹੁੰਦਾ ਆ ਆਪਣੇ ਇਨਕਲਾਬੀ ਕਾਰਜਾਂ ਦੇ ਵਿੱਚ। ਔਰ ਉਹਦੇ ਵਿੱਚ ਜਿਹਦੇ 'ਚ ਉਹਦੀਆਂ ਕੋਮਲ ਕਲਾਵਾਂ ਵੀ ਸ਼ਾਮਲ ਨੇ, ਜਿਹਦੇ ਵਿੱਚ ਉਹਦੀਆਂ ਭਾਵਨਾਵਾਂ ਵੀ ਸ਼ਾਮਲ ਨੇ, ਜਿਹਦੇ ਵਿੱਚ ਉਹਦੀਆਂ ਅਭਿਲਾਸ਼ਾਵਾਂ ਵੀ ਸ਼ਾਮਲ ਨੇ, ਔਰ ਉਹ ਕਿਸ ਤਰ੍ਹਾਂ ਦੀਆਂ ਨੇ, ਉਹ ਮਿਲਾ ਕੇ ਇੱਕ ਕ੍ਰਾਂਤੀਕਾਰੀ ਦਾ ਜਿਹੜਾ ਨਾ ਗੁਣ ਸਾਬਤ ਹੁੰਦਾ ਆ। ਤਾਂ ਫਿਰ ਇਸ ਐਂਗਲ ਤੋਂ, ਇਸ ਨਜ਼ਰੀਏ ਤੋਂ ਦੇਖਿਆ ਜਾਏ ਕਿ ਇਹ ਜਿਹੜੇ ਸਾਡੇ ਰੈਵੋਲੂਸ਼ਨਰੀ ਸੀ ਇਸ ਦੌਰ ਦੇ, ਇਸ ਸਮੇਂ ਦੇ, ਜਿਨ੍ਹਾਂ ਦਾ ਭਗਤ ਸਿੰਘ ਜਿਨ੍ਹਾਂ ਦੇ ਆਗੂ ਸਨ, ਔਰ ਉਹਨਾਂ ਦੇ ਵਿੱਚ ਇਹ ਗੁਣ ਸੀਗੇ। ਔਰ ਉਹ ਜਦੋਂ ਕੱਲੇ ਇਸ ਤਰ੍ਹਾਂ ਦੇ ਕ੍ਰਾਂਤੀਕਾਰੀ ਨੂੰ ਦੇਖਣਾ ਸ਼ੁਰੂ ਕੀਤਾ, ਜਿਨ੍ਹਾਂ ਦਾ ਜ਼ਿਕਰ ਇੱਥੇ ਕਈ ਨਾਂ ਜ਼ਿਕਰ ਵੀ ਕੀਤਾ ਵੀ ਗਿਆ ਹੈਗਾ, ਉਹਨਾਂ ਦੇ ਵਿੱਚ ਇਹ ਸਾਰੇ ਗੁਣ ਕਿ ਉਹ ਕਿੰਨੇ ਕੋਮਲ ਨੇ, ਮਾਨਵਤਾ ਦੀ ਕਿੰਨੀ ਕੀਮਤ ਹੈ ਉਹਨਾਂ ਵਾਸਤੇ। ਔਰ ਜਿਸ ਤਰ੍ਹਾਂ ਉਹਨਾਂ ਦੇ ਸ਼ਿਵ ਵਰਮਾ ਜੀ ਭਗਤ ਸਿੰਘ ਜੀ ਬਾਰੇ ਵੀ ਕਹਿ ਰਹੇ ਆ ਕਿ ਉਹ ਕ੍ਰਾਂਤੀਕਾਰੀ ਸੀ, ਖੂਨ ਦਾ ਪਿਆਸਾ ਨਹੀਂ ਸੀ। ਲੇਕਿਨ ਜਦੋਂ ਸਾਂਡਰਸ ਦਾ ਜਿਹੜਾ ਕਤਲ ਕੀਤਾ ਉਹਨਾਂ ਨੇ, ਔਰ ਉਸ ਤੋਂ ਬਾਅਦ ਉਹਨਾਂ ਦਾ ਕਈ ਦਿਨ, ਬਹੁਤ ਦਿਨ ਉਹਨਾਂ ਦਾ ਮਨ ਉਖੜਿਆ ਰਿਹਾ। ਮਨੁੱਖ ਦੇ ਤੌਰ ਦੇ ਉੱਤੇ, ਇੱਕ ਪਰਸਨ ਦੇ ਤੌਰ ਦੇ ਉੱਤੇ ਉਹ ਮਨੁੱਖ ਨੂੰ ਪਿਆਰ ਕਰਨ ਵਾਲੇ ਬੰਦੇ ਹੁੰਦੇ ਆ। ਲੇਕਿਨ ਜਦੋਂ ਉਹ ਕਿਸੇ ਸਿਸਟਮ ਦੀ ਉਹਨਾਂ ਨੇ ਕਿਸੇ ਸਿਸਟਮ ਦੇ ਪ੍ਰਤੀਨਿਧ ਨੂੰ ਮਾਰਿਆ ਸੀ, ਬੰਦਾ ਨਹੀਂ ਸੀ, ਬੰਦੇ ਦਾ ਕਤਲ ਨਹੀਂ ਸੀ ਕੀਤਾ। ਔਰ ਇਸ ਕਰਕੇ ਇਹ ਕੋਮਲ ਭਾਵਨਾਵਾਂ ਜਿਹੜੀਆਂ ਸੂਖਮ ਭਾਵਨਾਵਾਂ ਹੈ, ਔਰ ਉਹਨਾਂ ਨੂੰ ਸਟੱਡੀ ਕਰਨ ਦੇ ਲਈ ਫਿਰ ਉਹ ਬਹੁਤ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਉਹਦੇ 'ਚ ਦਿੱਤੀਆਂ। ਜਿਸ ਤਰ੍ਹਾਂ ਢੀਂਗਰਾ ਜੀ ਦੀ, ਸ਼ਹੀਦ ਢੀਂਗਰਾ ਜੀ ਦਾ ਮਿਸਾਲ ਦਿੱਤੀ ਗਈ ਆ ਕਿ ਉਹ ਭਗਤ ਸਿੰਘ ਜੀ ਦਾ ਆਪਣਾ ਲਿਖਿਆ ਹੋਇਆ ਲੇਖ ਆ। ਉਹ ਜ਼ਿਕਰ ਕਰਦੇ ਆ ਕਿ ਜਿਹੜਾ ਉਹਦੇ 'ਤੇ CID ਦਾ ਬੰਦਾ ਲੱਗਾ ਹੋਇਆ ਸੀਗਾ, ਵੁੱਡ ਹਾਲ,
ਉਹਨੇ ਜੋ ਰਿਪੋਰਟ ਕੀਤਾ CID ਦੀ ਆਪਣੇ ਡਿਪਾਰਟਮੈਂਟ ਨੂੰ ਕਿ ਇਹਦੇ ਤੋਂ ਚੌਕਸ ਰਹਿਣਾ ਤੁਸੀਂ, ਇਹ ਐਂ ਕਰਦਾ ਆ, ਕਿਸੇ ਖੂਬਸੂਰਤ ਨੁੱਕਰ ਦੇ ਵਿੱਚ ਬੈਠ ਕੇ ਫੁੱਲਾਂ ਨੂੰ ਦੇਖਦਾ ਰਹਿੰਦਾ ਆ ਕਿ ਘੰਟਾ ਘੰਟੇ 2-2 ਘੰਟੇ, ਤੇ ਇਹ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਕੰਮ ਕਰੂਗਾ। ਔਰ ਉਹ ਰਿਪੋਰਟ ਕਰਦਾ, ਲਿਖਤੀ ਰਿਪੋਰਟ, ਉਹਨੂੰ ਕੋਟ ਕੀਤਾ ਭਗਤ ਸਿੰਘ ਜੀ ਨੇ ਕਿ ਵੀ ਇਹ ਇਸ ਤਰ੍ਹਾਂ ਦਾ ਹੈ। ਜਾਂ ਇੱਕ ਅੱਧੀ ਐਗਜ਼ਾਮਪਲ ਮੈਂ ਹੋਰ ਦੇਣੀ ਚਾਹੁੰਦਾ, ਇਹ ਸ਼ਿਵ ਵਰਮਾ ਜੀ ਜਿਹੜੇ ਨਾ ਉਹ ਆਜ਼ਾਦੀ ਦੇ ਬਾਰੇ 'ਚ ਗੱਲ ਕਰਦੇ ਕਿ ਅਸੀਂ ਕਕੋਰੀ ਦੇ ਕੇਸ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਸਾਨੂੰ ਲੱਭਣ ਦੇ ਲਈ ਜਾਲ ਵਿਛਾਇਆ ਹੋਇਆ ਸੀ ਸੂਈਆਂ ਦਾ, ਤਾਂ ਅਸੀਂ ਲੁਕਦੇ ਲਗਾਉਂਦੇ ਮੂਲਗੰਜ ਦੀ ਗਲੀ ਦੇ ਵਿੱਚੋਂ ਦੀ ਹੋ ਤੁਰੇ ਤਾਂ ਸੰਗੀਤ ਦੀ ਆਵਾਜ਼ ਆਉਣੀ ਸ਼ੁਰੂ ਹੋਈ, ਤਾਂ ਮੇਰੀ ਬਾਂਹ ਫੜ ਕੇ ਖੜੇ ਹੋ ਗਏ ਕਿ ਯਾਰ ਸੁਣ ਲਈਏ ਕਿੰਨਾ ਖੂਬਸੂਰਤ ਗਾਣਾ ਚੱਲ ਰਿਹਾ ਆ। ਉਹ ਕਹਿੰਦੇ ਮੈਨੂੰ ਉਦੋਂ ਨਹੀਂ ਸਮਝ ਲੱਗੀ, ਮੈਨੂੰ ਹੁਣ ਸਮਝ ਲੱਗਦੀ ਆ ਕਿ ਸੰਗੀਤ ਕਿੰਨਾ ਮਹਾਨ ਆ, ਅਜਿੱਤ ਆ। ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ। ਹੁਣ ਜਦੋਂ ਅਸੀਂ ਇਕੱਲੇ ਇਕੱਲੇ ਦੇ ਸੁਖਦੇਵ ਜੀ ਦਾ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਪਿਆਰ ਕਰਦੇ ਸੀਗੇ, ਜਾਂ ਇਨਸਾਨੀਅਤ ਦੇ ਜਦੋਂ ਅਸੀਂ ਐਂਗਲ ਤੋਂ ਦੇਖਦੇ ਹਾਂ, ਰਾਜਗੁਰੂ ਦੀ ਮਿਸਾਲ ਦਿੰਦੇ ਨੇ ਭਗਵਾਨ ਦਾਸ ਮਹੌਰ ਜੀ। ਉਹ ਕਹਿੰਦੇ ਆ ਕਿ ਅਸੀਂ ਜਦੋਂ ਇਕੱਠੇ ਬੈਠੇ ਸੀਗੇ ਉਹਦੇ ਸਾਂਡਰਸ ਦੇ ਹੱਤਿਆ ਤੋਂ ਬਾਅਦ, ਅਸੀਂ ਉਹਦੇ ਵੱਲ ਦੇਖ ਦੇਖ ਕੇ ਬੜਾ ਉਹਦੇ ਸਾਡੇ ਮਨ 'ਚੋਂ ਸਿਫਤਾਂ ਉੱਠ ਰਹੀਆਂ ਸੀਗੀਆਂ, ਅਤੇ ਅਸੀਂ ਉਹਨੂੰ ਕਿਹਾ ਵੀ ਕਿ ਤੂੰ ਉਦਾਸ ਬੈਠਾ ਆ, ਜੇ ਮੈਂ ਕਿਤੇ ਇਹ ਕੰਮ ਕੀਤਾ ਹੁੰਦਾ ਮੈਂ ਅਸਮਾਨ 'ਚ ਉੱਡਦੇ ਫਿਰਨਾ ਸੀਗਾ। ਕਹਿੰਦੇ ਗੱਲ ਕੀ ਆ? ਕਹਿੰਦੇ ਬੋਲੇ ਨਹੀਂ। ਫਿਰ ਉਹ ਕਹਿਣ ਲੱਗੇ ਕਿ ਕਹਿੰਦੇ ਯਾਰ ਜਦੋਂ ਉਹ ਮਾਰਿਆ ਮੈਂ ਦੇਖਿਆ ਕਿੰਨਾ ਸੋਹਣਾ, ਹੁਣ ਉਹਦੇ ਘਰ ਦੇ ਕੀ ਸੋਚਦੇ ਹਨ। ਜਾਣੀ ਹਿਊਮਨ ਫੀਲਿੰਗਸ ਦੀ ਡੈਪਥ ਕਿੰਨੀ ਹੈ। ਸੋ ਇਸ ਕਰਕੇ ਕ੍ਰਾਂਤੀਕਾਰੀ ਦੇ ਇਹ ਗੁਣ ਆ ਜਿਹੜੇ, ਉਹਨਾਂ ਨੂੰ ਅਸੀਂ ਇਸ ਕਰਕੇ ਨਹੀਂ, ਕਿਉਂਕਿ ਅਸੀਂ ਜਦੋਂ ਕਾਰਨਾਮੇ ਕਰਦੇ ਆ ਜਾਂ ਸ਼ੁਰੂ ਕਰਦੇ ਅਸੀਂ ਉੱਥੋਂ ਸ਼ੁਰੂ ਕਰਦੇ ਆ ਉਹਨੂੰ ਸਟੱਡੀ ਕਰਨਾ, ਹੈ ਨਾ। ਸੋ ਇਸ ਕਰਕੇ ਮੇਰੀਆਂ ਇੱਦਾਂ ਦੀ ਫੀਲਿੰਗ ਸੀਗੀਆਂ। ਬਾਈਆ ਜੀ ਨੇ ਉਹਦੇ ਮੁਖਵੰਤ ਜੀ ਲਿਖ ਦਿੱਤਾ ਹੈ ਕਿ ਮੈਂ ਕੋਈ ਵਾਅਦਾ ਨਹੀਂ, ਕਿ ਮੇਰੀ ਕੋਈ ਖੋਜ ਨਹੀਂ ਹੈ, ਮੇਰੀ ਕੋਈ ਨਵੀਂ ਖੋਜ ਨਹੀਂ। ਇਹ ਜੋ ਖੋਜਿਆ ਪਿਆ ਹੈਗਾ ਆ ਉਹਦੇ ਵਿੱਚੋਂ ਮੈਨੂੰ ਜੋ ਲੱਭਿਆ ਕਿ ਹਾਂ ਇਹ ਗੁਣ ਇਹਨਾਂ 'ਚ ਐਗਜ਼ਿਸਟ ਕਰਦੇ ਨੇ, ਔਰ ਇਸ ਕਰਕੇ ਕਿਸੇ ਵੀ ਕ੍ਰਾਂਤੀਕਾਰੀ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਉਹਦੇ 'ਚ ਮਾਨਵਤਾ ਹੋਵੇ, ਉਹਦੀਆਂ ਸੂਖਮ ਭਾਵਨਾਵਾਂ ਹੋਣ, ਔਰ ਉਹਨੂੰ ਕਦਰ ਹੋਵੇ ਇਨਸਾਨੀਅਤ ਦੀ। ਨਹੀਂ ਤਾਂ ਫਿਰ ਉਹਦਾ ਸ਼ਾਇਦ ਇੱਦਾਂ ਦਾ ਕ੍ਰਾਂਤੀਕਾਰੀ ਹੋਣਾ ਸ਼ਾਇਦ ਸੰਭਵ ਨਹੀਂ ਹੈਗਾ। 3 ਗੱਲਾਂ ਦੇ ਉੱਤੇ ਕੰਸਨਟਰੇਟ ਕਰਨ ਦੀ ਕੋਸ਼ਿਸ਼ ਕੀਤੀ ਮੈਂ। ਇੱਕ ਤਾਂ ਇਹੀ ਪੱਖ ਸੀਗਾ ਉਹਨਾਂ ਦਾ, ਦੂਜਾ ਇਹ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਪਿਸਤੌਲ ਅਤੇ ਬੰਬ ਨੂੰ ਇਸਤੇਮਾਲ ਕੀਤਾ, ਆਖਰੀ ਸੀਗਾ ਕਿ ਜਿਹੜਾ ਉਹਨਾਂ ਦੀ ਨਾਸਤਿਕਤਾ ਹੈ, ਔਰ ਇਹਨਾਂ ਦੇ ਬਾਰੇ 'ਚ ਕਾਫੀ ਗੱਲ ਹੋ ਚੁੱਕੀ ਆ। ਨਤੀਜਾ ਇਹ ਆ, ਉਹ ਇਹ ਨਹੀਂ ਕਹਿੰਦੇ ਜਿਸ ਤਰ੍ਹਾਂ ਪਾਸਲਾ ਜੀ ਨੇ ਵੀ ਜ਼ਿਕਰ ਕੀਤਾ ਕਿ ਵੀ ਬੰਬ ਜਾਂ ਪਿਸਤੌਲ ਚਲਾਉਣਾ ਜਿਹੜਾ ਨਾ ਮਨਾਹੀ ਆ ਕੋਈ। ਉਹ ਕਹਿੰਦੇ ਕਿ ਇਹਨਾਂ ਦਾ ਖਾਸ ਸਮਿਆਂ ਦੇ ਉੱਤੇ ਅਤੇ ਖਾਸ ਥਾਂ ਦੇ ਉੱਤੇ ਲੋੜ ਪੈਂਦੀ ਆ, ਅਦਰਵਾਈਜ਼ ਇਹ ਨੁਕਸਾਨ ਕਰਦੇ। ਔਰ ਇਹ ਚਾਹੇ ਤੁਸੀਂ ਉਦੋਂ ਕਿਹੜਾ ਦੋਪੇਚ ਅਪਣਾਇਆ ਜਾਣਾ ਚਾਹੀਦਾ ਆ। ਹੋ ਸਕਦਾ ਕਿ ਤੁਸੀਂ ਕਹਿੰਦੇ ਜੀ ਮੁਜ਼ਾਹਰਾ, ਹੋ ਸਕਦਾ ਕਿ ਉਹ ਮੁਜ਼ਾਹਰੇ ਦਾ ਕੋਈ ਅਰਥ ਹੀ ਨਾ ਨਿਕਲੇ ਜੇ ਉਹ ਬਾਮੌਕਾ ਨਹੀਂ ਅਤੇ ਸਮੇਂ 'ਤੇ ਨਹੀਂ ਹੈ, ਔਰ ਉਸ ਮਾਸ ਐਕਸ਼ਨ ਦਾ ਵੀ ਹੋ ਸਕਦਾ ਕਿ ਕੋਈ ਅਸਰ ਨਾ ਹੋਵੇ ਜੇ ਉਹਦਾ ਸਮਾਂ ਠੀਕ ਨਹੀਂ ਅਤੇ ਜੇ ਉਸ ਦੀ ਜਗ੍ਹਾ ਠੀਕ ਨਹੀਂ ਹੈਗੀ। ਸੋ ਇਸ ਤਰ੍ਹਾਂ ਦਾ ਉਹ ਕਹਿੰਦੇ ਆ। ਜਿਸ ਤਰ੍ਹਾਂ ਇੱਕ ਦੋ ਚੀਜ਼ਾਂ ਹੈਗੀਆਂ ਵੀ ਜੇ ਕੋਈ ਫੈਕਚੁਅਲ ਕੋਈ ਮਿਸਟੇਕ ਹੈਗੀ ਹੈ ਤਾਂ ਫਿਰ ਉਹ ਜਿਹੜੀਆਂ ਕਿਤਾਬਾਂ ਨੂੰ ਕੰਸਲਟ ਕੀਤਾ ਗਿਆ ਉਹਨਾਂ ਵਿੱਚ ਥੋੜ੍ਹਾ ਬਹੁਤ ਹੋਏਗਾ। ਔਰ ਜਿਸ ਤਰ੍ਹਾਂ ਵੋਰਾ ਜੀ ਦਾ ਵੀ ਅਸਲ 'ਚ ਐਗਜ਼ਾਮਪਲ ਇਹ ਸੀ ਕਿ ਇਹੀ ਬੰਬ ਕਿਉਂ ਇੰਨਾ ਚਰਚਿਤ ਹੋਇਆ ਜਾਂ ਐਕਸੈਪਟ ਕੀਤਾ ਲੋਕਾਂ ਨੇ। ਇਸ ਤੋਂ ਪਹਿਲਾਂ ਬੰਬ ਚੱਲੇ, 2 ਬੰਬ ਤਾਂ ਬਹੁਤ ਸਾਰੇ ਚੱਲੇ, ਲੇਕਿਨ ਪਹਿਲਾ ਵੀ ਵਾਇਸਰਾਏ 'ਤੇ ਸੁੱਟਿਆ ਗਿਆ, ਵਾਇਸਰਾਏ ਜ਼ਖਮੀ ਹੋ ਗਿਆ। ਦੂਸਰਾ ਰੇਲਵੇ ਦੇ ਉੱਤੇ ਸੁੱਟਿਆ ਗਿਆ ਔਰ ਉਹਦਾ ਡੱਬਾ ਉੱਡ ਗਿਆ ਰੇਲ ਦਾ, ਲੇਕਿਨ ਉਹ ਬਚ ਗਿਆ, ਕਿਸੇ ਤਰ੍ਹਾਂ ਅੱਗੇ ਨਿਕਲ ਗਿਆ। ਲੇਕਿਨ ਉਹ ਤਾਂ ਸਿੱਧੇ ਸੁੱਟੇ ਗਏ ਸੀਗੇ, ਲੇਕਿਨ ਇਹ ਕਿਉਂ ਹੋਇਆ ਹੈ ਨਾ, ਇਹਦਾ ਯਕੀਨੀ ਬਣਾ ਕੇ, ਐਨ ਯਕੀਨੀ ਕਰਕੇ ਸੁੱਟਿਆ ਗਿਆ ਕਿ ਕਿਸੇ ਨੂੰ ਝਰੀਟ ਨਾ ਆਵੇ।
ਇਸ ਕਰਕੇ ਮੈਂ ਉਹਨੂੰ ਅਹਿੰਸਕ ਬੰਬ ਦਾ ਨਾਂ ਦਿੱਤਾ ਕਿ ਝਰੀਟ ਨਾ ਆਵੇ ਕਿਸੇ ਨੂੰ। ਔਰ ਦੂਜਾ ਇਹ ਆ ਕਿ ਕੀ ਇੰਡੀਕੇਟ ਕਰਨ ਦੇ ਲਈ ਸੁੱਟਿਆ ਗਿਆ। ਸੋ ਇਸ ਕਰਕੇ ਇੱਕ ਉਹਦਾ ਇਹ ਸੀ, ਜੋ ਵੀ ਐਕਸ਼ਨ ਹੈ ਕਿ ਉਹ ਉਸ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦਾ। ਜੇ ਉਹ ਨਹੀਂ ਕਰਦਾ ਤਾਂ ਫਿਰ ਉਹਦਾ ਠੀਕ ਰਿਜ਼ਲਟ ਨਹੀਂ ਨਿਕਲਦਾ ਹੈ। ਇਸੇ ਤਰ੍ਹਾਂ ਜਿਹੜਾ ਮੈਂ ਉਹ ਜਦੋਂ ਜੁਆਇੰਟ ਸੈਸ਼ਨ ਦੇ ਵਿੱਚ ਜਾ ਕੇ ਰਿਪੋਰਟ ਕਰਦੇ ਨੇ ਤਾਂ ਕਿ ਨਹੀਂ ਜੀ ਇਹ ਬ੍ਰਿਟਿਸ਼ ਸੰਵਿਧਾਨ ਦੇ ਉੱਤੇ ਹਮਲਾ ਕੀਤਾ ਗਿਆ ਹੈ ਨਾ। ਮੈਂ ਕਿਹਾ ਬਈ ਅੱਧੀ ਗੱਲ ਉਹਦੀ ਬਿਲਕੁਲ ਠੀਕ ਸੀ, ਲੇਕਿਨ ਅੱਧੀ ਉਹਦੀ ਠੀਕ ਨਹੀਂ ਸੀ। ਜਿਹੜਾ ਕਹਿੰਦਾ ਕਿ ਚੰਦਕ ਅੱਤਵਾਦੀਆਂ ਵੱਲੋਂ ਇਹ ਸੰਵਿਧਾਨ ਦੇ ਉੱਤੇ, ਉਹ ਚੰਦਕ ਅੱਤਵਾਦੀਆਂ ਵਾਲੀ ਗੱਲ ਉਹ ਠੀਕ ਤਰ੍ਹਾਂ ਨਹੀਂ ਸਮਝ ਸਕਿਆ, ਕਿਉਂਕਿ ਇਹ ਹਿੰਦੁਸਤਾਨ ਦੀਆਂ ਭਾਵਨਾਵਾਂ ਦਾ ਪ੍ਰਤੀਕ ਸੀਗਾ। ਇਸ ਕਰਕੇ ਸੋ ਇਸ ਕਰਕੇ ਇੱਕ ਤਾਂ ਗੱਲ ਇਹ ਸੀ, ਨਾਸਤਿਕਤਾ ਵਾਲੀ ਗੱਲ ਕਰ ਦਿੱਤੀ ਕਿ ਨਾਸਤਿਕ ਨਹੀਂ ਸਨ, ਉਹ ਪਹਿਲੇ ਨਾਸਤਿਕ ਨਹੀਂ ਸਨ। ਲੇਕਿਨ ਅੱਜ ਜੇ ਕੋਈ ਨਾਸਤਿਕਤਾ ਦੀ ਗੱਲ ਕਰੇ ਤਾਂ ਸਾਨੂੰ ਇੱਕਦਮ ਸ਼ਹੀਦ ਆਜ਼ਮ ਭਗਤ ਸਿੰਘ ਦਾ ਇਮੇਜ ਸਾਡੇ ਦਿਮਾਗ ਦੇ ਵਿੱਚ ਆਉਂਦਾ ਕਿ ਨਾਸਤਿਕਤਾ ਦਾ ਸ਼ਬਦ ਸੁਣਦਿਆਂ ਹੀ ਸ਼ਹੀਦ ਆਜ਼ਮ ਭਗਤ ਸਿੰਘ ਦਾ। ਲੇਕਿਨ ਇਸ ਦੇਸ਼ ਦੇ ਵਿੱਚ ਨਾਸਤਿਕਤਾ ਦੀ ਲਹਿਰ ਬਹੁਤ ਪੁਰਾਣੀ ਹੈ। 2700 ਸਾਲ ਪਹਿਲਾਂ ਜ਼ੋਰਾਂ 'ਤੇ ਸੀ, ਜਦੋਂ ਅਸੀਂ ਬ੍ਰਹਸਪਤੀ ਨੂੰ ਕਿਹਾ ਜਾਂਦਾ ਕਿ ਵੀ ਸ਼ਾਇਦ ਉਹ ਤੋਂ ਪਹਿਲਾਂ ਵੀ ਹੋਏਗੀ, ਲੇਕਿਨ ਜੋ ਰਜਿਸਟਰਡ ਹੈ ਹਿਸਟਰੀ ਦੇ ਵਿੱਚ ਹੈਗਾ। ਲੇਕਿਨ ਅੱਜ ਕਿਉਂ ਇਹ ਹੁੰਦਾ? ਕਿਉਂਕਿ ਉਹਦਾ ਇੱਕ ਖਾਸ ਮਹੀਨਾ ਹੈਗਾ ਜਿਹੜਾ ਕਿ ਜ਼ਿਕਰ ਕਰ ਦਿੱਤਾ ਗਿਆ। ਭਗਤ ਸਿੰਘ ਜੀ 1927 ਦੇ ਵਿੱਚ ਇੱਕ ਚਿੱਠੀ ਲੈਟਰ ਲਿਖਦੇ ਆਪਣੇ ਅਮਰੀਕਾ ਦੇ ਵਿੱਚ ਬੈਠੇ ਦੋਸਤ ਨੂੰ, ਔਰ ਉਹਦੇ ਵਿੱਚ ਕਹਿੰਦੇ ਆ ਕਿ ਮੇਰੇ 'ਤੇ ਕੇਸ ਬਣਿਆ ਸੀਗਾ, ਰੱਬ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਹੋ ਗਿਆ। ਅਤੇ ਦੁਬਾਰਾ ਫਿਰ ਇੱਕ ਵਾਰੀ ਜ਼ਿਕਰ ਕਰਦੇ, ਇਹਦਾ ਮਤਲਬ ਕਿ ਉਹ 1927 ਤੋਂ ਬਾਅਦ ਇਸ ਪਾਸੇ ਵੱਲ ਨੂੰ ਸੋਚਣਾ ਸ਼ੁਰੂ ਕਰਦੇ ਆ। 1927 ਤੱਕ ਉਹ ਰੱਬ ਦੇ ਵਿੱਚ, ਈਸ਼ਵਰ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਚੱਲ ਰਿਹਾ। ਲੇਕਿਨ ਆਪ ਹੀ ਕਹਿੰਦੇ ਆ ਮੈਂ 2-2 ਘੰਟੇ ਗਾਇਤਰੀ ਮੰਤਰ ਦਾ ਪਾਠ ਜਾਪ ਕਰਦਾ ਸੀਗਾ ਜਦੋਂ ਮੈਂ ਪੜ੍ਹਦਾ ਸੀ। ਲੇਕਿਨ ਸਭ ਤੋਂ ਵੱਡੀ ਗੱਲ ਕੀ ਆ ਉਹਦੇ ਵਿੱਚ, ਕਿਉਂਕਿ ਜਿਹੜਾ ਉਹਨਾਂ ਦਾ ਨਾਸਤਿਕਤਾ ਦੇ ਆਸਤਿਕਤਾ ਦਾ ਜਿਹੜਾ ਸਭ ਤੋਂ ਬਹਿਸ ਜ਼ਿਆਦਾ ਚਰਚਾ ਦੇ ਵਿੱਚ ਆਈ ਆ, ਜਿਹਦਾ ਸ਼ਿਵ ਵਰਮਾ ਜੀ ਨੇ ਜ਼ਿਕਰ ਕੀਤਾ ਹੋਇਆ, ਉਹ ਫਨਿੰਦਰ ਨਾਥ ਘੋਸ਼ ਦੇ ਨਾਲ ਆ। ਉਹਨਾਂ ਦਾ ਸੀਨੀਅਰ ਵੀ ਸੀਗਾ, ਔਰ ਉਹ ਤਾਂ ਇਹ ਕਹਿੰਦੇ ਆ ਕਿ ਜੀ ਜੇ ਜਿੰਨਾ ਦੇਰ ਈਸ਼ਵਰ ਹਿੰਦੁਸਤਾਨੀਆਂ ਨੂੰ ਇਹਨਾਂ ਦੇ ਆਪਣੇ ਪਾਪਾਂ ਦੀ ਮਾਫੀ ਨਹੀਂ ਦੇ ਦਿੰਦਾ, ਉਨੀ ਦੇਰ ਇਸ ਦੇਸ਼ ਦੇ ਵਿੱਚ ਜਿਹੜਾ ਨਾ ਕੋਈ ਜੋ ਮਰਜ਼ੀ ਮਤਲਬ ਉਹ ਇਕੱਠੇ ਰਹਿ ਰਹੇ ਆ। ਉਹ ਬਾਅਦ ਦੇ ਵਿੱਚ ਵੱਖਰੀ ਗੱਲ ਹੈਗੀ। ਦੂਸਰਾ ਹੈ ਕਿ ਸਾਨੂੰ ਉੱਦਾਂ ਇਸ ਪਾਸੇ ਵੱਲ ਨੂੰ ਇਹਦੇ 'ਚ ਯਕੀਨ ਰੱਖਣ ਵਾਲੇ, ਜਿਨ੍ਹਾਂ ਨੇ ਠੋਕ ਵਜਾ ਕੇ ਐਂਡ ਤੱਕ ਰੱਖਿਆ ਹੋਵੇ, ਉਹ ਸ਼ਾਇਦ ਕੋਈ ਹੋਰ 1-2 ਸਾਥੀ ਹੋਣਗੇ ਜਿਨ੍ਹਾਂ ਦਾ ਨਾਂ ਨਹੀਂ ਲਿਆ ਜਾ ਸਕਦਾ। ਲੇਕਿਨ ਈਸ਼ਵਰ ਨੂੰ ਮੰਨਣ ਵਾਲੇ ਹੀ ਸਨ ਉਹਨਾਂ ਦੇ ਜਿਹੜੇ ਦਲ ਦੇ ਸਾਥੀ ਸੀਗੇ। ਲੇਕਿਨ ਇਕੱਠੇ ਉਹ ਲੜੇ। ਉਹਨਾਂ 'ਚੋਂ ਸਾਥੀਆਂ 'ਚੋਂ ਫਾਂਸੀ ਦਾ ਫੰਦਾ ਚੁੰਮਣ ਵਾਲੇ ਵੀ ਸਨ, ਬਿਸਮਿਲ ਵਰਗੇ ਹੈ ਨਾ, ਜਿਹੜੇ ਸਾਥੀ ਸੀ ਉਹਨਾਂ ਤੋਂ ਪਹਿਲਾਂ ਵਾਲੇ ਸੀਗੇ, ਜਿਹੜੇ ਕਹਿੰਦੇ ਆ ਕਿ ਜੀ 6 ਤਰੀਕ ਨੂੰ ਮੈਨੂੰ ਫਾਂਸੀ ਦੇ ਦਿੱਤੀ ਜਾਣੀ ਆ, ਈਸ਼ਵਰ ਦੀ ਕਿਰਪਾ ਦੇ ਨਾਲ ਮੈਂ ਦੁਬਾਰਾ ਫਿਰ ਜਨਮ ਲਵਾਂਗਾ, ਫਿਰ ਇਸ ਤਰ੍ਹਾਂ ਹੀ ਲੜਾਂਗਾ ਹੈ ਨਾ। ਸੋ ਇਸ ਕਰਕੇ ਅਤੇ ਦੂਜਾ ਇਹਦੇ ਵਿੱਚ ਕੁਛ ਐਸੇ ਜ਼ਿਕਰ ਕੀਤੇ ਗਏ ਆ, ਜਿਹੜਾ ਮੈਂ ਇਹ ਗੱਲ ਇਹ ਕਹਿਣੀ ਚਾਹੁੰਦਾ ਕਿ ਵੀ ਇਸ ਗੱਲ ਨੂੰ ਇਸ਼ੂ ਨਹੀਂ ਉਹਨਾਂ ਨੇ ਬਣਾਇਆ ਕਿ ਨਾਸਤਿਕ ਹੈ ਕਿ ਆਸਤਿਕ ਹੈ। ਉਹ ਕਹਿੰਦੇ ਕਿ ਸਮਾਜਵਾਦ ਲਈ ਲੜਨਾ ਆ, ਬਰਾਬਰਤਾ ਲਈ ਲੜਨਾ ਹੈਗਾ, ਜਾਂ ਮਤਲਬ ਹੈ ਕਿ ਦੁਨੀਆ ਦੇ ਵਿੱਚ ਬਰਾਬਰਤਾ ਲਈ ਲੜਨਾ ਹੈਗਾ ਆ। ਉਹਦੇ 'ਤੇ ਸਾਡੀ ਸਹਿਮਤੀ ਆ ਸਾਰਿਆਂ ਦੀ। ਇਸ ਕਰਕੇ ਆਸਤਿਕ ਅਤੇ ਨਾਸਤਿਕ ਦਾ ਮਸਲਾ ਨਹੀਂ। ਜਿੱਥੇ ਮੈਂ ਕਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸੰਕੀਰਨਤਾ ਹੈ ਜਿਹੜੀ ਰੋਲ ਅਦਾ ਕਰਦੀ ਹੈ। ਸੰਕੀਰਨਤਾ ਹੈ, ਚਾਹੇ ਉਹ ਧਾਰਮਿਕ ਵਿਅਕਤੀ ਦੇ ਵਿੱਚ ਆ ਜਾਵੇ, ਚਾਹੇ ਉਹ ਨਾਸਤਿਕ ਵਿਅਕਤੀ ਦੇ ਵਿੱਚ ਆ ਜਾਵੇ। ਇਤਿਹਾਸ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਪੈਦਾ ਕੀਤੀਆਂ ਆ ਕਿ ਫਿਰ ਉਹ ਵੀ ਗਲਤ, ਜੇ ਨਾਸਤਿਕ ਸੰਕੀਰਨ ਹੋ ਜਾਵੇ ਤਾਂ ਉਹ ਵੀ ਤਬਾਹੀ ਮਚਾ ਸਕਦਾ ਹੈ, ਜੇ ਆਸਤਿਕ ਸੰਕੀਰਨ ਕੱਟੜ ਹੋ ਜਾਏ। ਇਸ ਕਰਕੇ ਸਮੱਸਿਆ ਸੰਕੀਰਨਤਾ ਅਤੇ ਕੱਟੜਤਾ ਦੇ ਵਿੱਚ ਹੈਗੀ ਆ। ਔਰ ਇਸ ਕਰਕੇ ਇਹ ਅੱਜ ਵੀ ਪੂਨੀਆ ਜੀ, ਮੈਂ ਤੁਹਾਡੇ ਇਸ ਗੱਲ ਦੀ ਸਪੋਰਟ ਕਰਦਾ। ਉਹਨਾਂ ਨੇ ਵੀ ਕਿਹਾ ਕਿ ਮੇਰਾ ਨਾਂ ਲੈ ਕੇ ਹੀ
ਭਾਵੇਂ ਕਹਿ ਦਿੰਦੇ, ਲੇਕਿਨ ਇਹ ਗੱਲ ਸਹੀ ਹੈ। ਜਿਹੜੀ ਦੂਸਰੀ ਮੇਰੀ ਪੁਸਤਕ ਹੈ ਨਾ ਉਹ ਇਸੇ 'ਤੇ ਹੀ ਆ। ਪਾਸਲਾ ਜੀ ਨੇ ਮੈਨੂੰ ਕਿਹਾ ਕਿ ਜਦੋਂ 550ਵਾਂ ਪੁਰਬ ਮਨਾਇਆ ਜਾ ਰਿਹਾ ਸੀਗਾ, ਇਹਨਾਂ ਨੇ ਮੇਰਾ ਖਿਆਲ ਹੈ 6 ਜਾਂ 7 ਜਗ੍ਹਾ ਦੇ ਉੱਤੇ ਪੰਜਾਬ 'ਚ ਬਹੁਤ ਵੱਡੇ ਸਮਾਗਮ ਕੀਤੇ, ਮੈਨੂੰ ਵੀ ਨਾਲ ਲੈ ਕੇ ਗਏ। ਲੇਕਿਨ ਥੋੜ੍ਹੇ ਦਿਨ ਪਹਿਲਾਂ ਇਹਨਾਂ ਨੂੰ ਮੈਂ ਕਿਹਾ ਆਪਸ ਵਿੱਚ, ਅਸੀਂ ਦੋਵੇਂ ਜਦੋਂ ਮਿਲੇ, ਕਿ ਉਦੋਂ ਤਾਂ ਸਾਰੇ ਮਨਾ ਰਹੇ ਸੀ, ਉਦੋਂ ਤਾਂ ਸਰਕਾਰ ਵੀ ਸ਼ਾਮਲ ਸੀ, ਵੱਡੀਆਂ ਸੰਸਥਾਵਾਂ ਵੀ ਸ਼ਾਮਲ ਸੀਗੀਆਂ। ਅਸੀਂ ਕਿਹਾ ਵੀ ਤੁਸੀਂ ਕਿਹਾ ਵੀ ਅਸੀਂ ਪਿੱਛੇ ਨਾ ਰਹਿ ਜੀ, ਅਸੀਂ ਵੀ ਮਨਾਇਆ ਕਿਉਂਕਿ ਅਸੀਂ ਉਹਨਾਂ ਦੇ ਵਿਚਾਰਾਂ ਦੇ ਉੱਤੇ ਅਮਲ ਕਰਨਾ ਚਾਹੁੰਦੇ ਹਾਂ। ਪਰ ਹੁਣ ਕਰੋ, ਤਾਂ ਹੁਣ ਯਾਦ ਕਰਾਇਆ ਜਾਏ, ਕਿਉਂਕਿ ਉਹ ਤਾਂ ਰੋਜ਼ ਯਾਦ ਕਰਾਇਆ ਜਾਏ ਕਿ ਬਾਬਾ ਗੁਰੂ ਨਾਨਕ ਦੇਵ ਜੀ ਕਿੱਦਾਂ ਸੋਚਦੇ ਸੀਗੇ, ਹੈ ਨਾ, ਅਤੇ ਉਹਦੇ 'ਤੇ ਅਮਲ ਕੀਤਾ ਜਾਏ। ਹੁਣ ਇਹਨਾਂ ਨੇ ਇੱਕ ਕੋਟੇਸ਼ਨ ਵੀ ਦਿੱਤੀ। ਮੇਰਾ ਕਹਿਣ ਤੋਂ ਮਤਲਬ ਇਹ ਵੀ ਅਸੀਂ ਇੱਕ ਰਸਮ ਦੇ ਤੌਰ 'ਤੇ ਇਸ ਗੱਲ ਨੂੰ ਨਾ ਸਵੀਕਾਰ ਕਰੀਏ, ਇਹ ਮਨੋ ਸਵੀਕਾਰ ਕਰੀਏ ਕਿ ਇਸ ਦੇਸ਼ ਦੇ ਵਿੱਚ, ਇਸ ਧਰਤੀ ਦੇ ਵਿੱਚ, ਜਾਂ ਸਾਡੇ ਸੱਭਿਆਚਾਰ ਦੇ ਵਿੱਚ ਜਿਹੜਾ ਨਾ, ਉਹ ਉਹਨਾਂ ਨੇ ਕਿੱਡੀ ਵੱਡੀ ਉਹਨਾਂ ਦੀ ਦੇਣ ਆ, ਤਾਂ ਕਿਸ ਪਾਸੇ ਨੂੰ ਉਹ ਸੰਸਾਰ ਨੂੰ ਲਿਜਾਣਾ ਚਾਹੁੰਦੇ ਸੀਗੇ। ਇਹ ਉਸ ਟਾਈਮ 'ਤੇ ਕਰੋ ਜਦੋਂ ਕੋਈ ਨਹੀਂ ਕਰ ਰਿਹਾ। ਹੁਣ ਯਾਦ ਕਰਾਇਆ ਜਾਏ ਕਿ ਤੁਸੀਂ ਵੀ ਕਹਿੰਦੇ ਸੀ ਜੀ, ਤੁਸੀਂ ਵੀ ਉੱਥੇ ਸਹੁੰ ਖਾਧੀ ਸੀ, ਹੈ ਨਾ, ਹੁਣ ਇਹਦੇ 'ਤੇ ਕੁਛ ਕਰੋ, ਹੁਣ ਯਾਦ ਕਰਾਇਆ ਜਾਏ। ਸੋ ਇਸ ਕਰਕੇ ਮੈਂ ਸੋਚਦਾ ਕਿ ਇਸ ਗੱਲ ਨੂੰ ਸਭ ਨੇ ਮਹਿਸੂਸ ਕਰ ਲਿਆ ਹੋਇਆ। ਅਤੇ ਸ਼ਹੀਦ ਆਜ਼ਮ ਭਗਤ ਸਿੰਘ ਜਿਹੜੀ ਉਹ ਗੱਲ ਇਹ ਕਹਿੰਦੇ ਆ ਬਈ ਹਾਲਾਤ ਜਿਹੜੇ ਨਾ ਉਹ ਪੈਦਾ ਕਰਦੇ। ਉਹ ਕਾਰਲ ਮਾਰਕਸ ਬਾਰੇ ਵੀ ਕਹਿੰਦੇ ਕਿ ਹਾਲਾਤ ਦੀ ਪੈਦਾਵਾਰ ਸਨ। ਸੁਖਦੇਵ ਜੀ ਨੂੰ ਆਪਣੇ ਬਾਰੇ ਵੀ ਕਹਿੰਦੇ ਆ ਕਿ ਅਸੀਂ ਵੀ ਦੋਨੋਂ, ਅਸੀਂ ਕੋਈ ਪਹਿਲੇ ਬੰਦੇ ਨਹੀਂ ਹੈਗੇ ਆ ਜਾਂ ਸਮਾਜਵਾਦੀ। ਸੋ ਕਹਿਣ ਤੋਂ ਮੈਂ ਸਿਰਫ ਆਪਣੀ ਗੱਲ ਨੂੰ ਖ਼ਤਮ ਕਰਨ ਲੱਗਾ ਕਿ ਉਹਨਾਂ ਦੇ ਇਹ 2-3 ਚੀਜ਼ਾਂ ਨੂੰ ਲੈ ਕੇ ਖੋਜਣਾ ਸ਼ੁਰੂ ਕੀਤਾ ਸੀਗਾ ਕਿ ਉਹਨਾਂ ਦੀ ਸੂਖਮ ਭਾਵਨਾਵਾਂ ਕਿਹੋ ਜਿਹੀਆਂ ਸੀਗੀਆਂ, ਜਾਂ ਉਹਨਾਂ ਦੇ ਜਿਹੜੇ ਇਹ 2 ਐਕਸ਼ਨ ਸੀਗੇ ਉਹ ਇੰਨੇ ਮਹਾਨ ਕਿਉਂ ਹੋਏ, ਕਿਉਂ ਮਹਾਨਤਾ ਕਿਉਂ ਇੰਨਾ ਉਹਨਾਂ ਨੇ ਵੱਡਾ ਪ੍ਰਭਾਵ ਪਾਇਆ। ਇੱਕ ਵਾਰੀ ਐਕਸ਼ਨ ਕੀਤਾ ਜਾਂਦਾ ਆ ਅਤੇ ਕਾਂਗਰਸ ਦੇ ਨੇਤਾ ਫੰਡ ਪਹੁੰਚਾਉਂਦੇ ਆ। ਅਸ਼ੇ ਵਰਮਾ ਜੀ ਕਹਿੰਦੇ ਕਿ ਜਿਨ੍ਹਾਂ ਲਿੰਕ ਦਾ ਜਿਨ੍ਹਾਂ ਨੂੰ ਉਹ ਜਾਣਦੇ ਸੀਗੇ ਸਾਡੇ ਬਾਰੇ, ਉਹਨਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਪੈਸੇ ਪਹੁੰਚਾਏ। ਔਰ ਇਸੇ ਤਰ੍ਹਾਂ ਹੀ ਸੁਖਦੇਵ ਜੀ ਵੀ ਇਹ ਕਹਿੰਦੇ ਆ ਕਿ ਜਦੋਂ ਅਸੀਂ ਕੋਈ ਡਾਕਾ ਮਾਰਦੇ ਸੀ ਜਾਂ ਇੰਨੇ ਪੈਸੇ ਸਾਨੂੰ ਉੱਥੋਂ ਨਹੀਂ ਆਉਂਦੇ ਸੀ ਜਿੰਨੇ ਹੁਣ ਸਾਨੂੰ ਲੋ, ਜਾਣੀ ਉਹਦਾ ਪ੍ਰਭਾਵ ਕੀ ਪਿਆ। ਉਹਦੀ ਬਹੁਤ ਖੂਬਸੂਰਤ ਵਿਆਖਿਆ ਦੂਜਿਆਂ ਨੇ ਵੀ ਕੀਤੀ, ਲੇਕਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਹਿੰਦੇ ਜਦੋਂ ਗੋਲੀ ਮਾਰੀ ਦੇਸ਼ ਦੇ ਲੋਕਾਂ ਨੇ ਇਹ ਸਮਝਿਆ ਕਿ ਭਗਤ ਸਿੰਘ ਨੇ ਲਾਲਾ ਜੀ ਦੇ ਬਦਲੇ ਦੇ ਤੌਰ ਦੇ ਉੱਤੇ ਸਾਡੀ ਇੱਜ਼ਤ ਰੱਖੀ, ਸਾਡੇ ਦੇਸ਼ ਦੀ ਇੱਜ਼ਤ ਰੱਖੀ ਹੈ ਨਾ। ਸੋ ਉਹ ਪ੍ਰਭਾਵ ਇੱਦਾਂ ਦਾ ਜਿਹੜਾ ਉਹ ਗਿਆ ਹੈਗਾ। ਅਤੇ ਲੇਕਿਨ ਐਕਸ਼ਨ ਭਾਵੇਂ ਇੱਕ ਹੋਵੇ, ਭਾਵੇਂ ਉਹ 2 ਹੋਣ, ਲੇਕਿਨ ਉਹ ਪ੍ਰਭਾਵ ਜੇ ਉਹ ਲੋਕਾਂ ਦੇ ਭਾਵਨਾਵਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ, ਫਿਰ ਉਹ ਜਿਹੜਾ ਮਰਜ਼ੀ ਹੋਵੇ ਉਹਦਾ ਕੋਈ ਪ੍ਰਭਾਵ ਇੱਦਾਂ ਦਾ ਜਾਂਦਾ ਨਹੀਂ ਹੈ, ਚਾਹੇ ਉਹ ਬੰਬ ਪਿਸਤੌਲ ਵਾਲਾ ਹੋਵੇ ਚਾਹੇ ਦੂਜਾ ਹੋਵੇ। ਸੋ ਕਹਿਣ ਤੋਂ ਮੇਰਾ ਮਤਲਬ ਇਹ ਆ ਕਿ ਇਹ ਬੜੀ ਛੋਟੀ ਜਿਹੀ ਪੁਸਤਕ ਸੀਗੀ ਔਰ ਇਸ ਕਰਕੇ ਲਿਖੀ ਸੀ ਕਿ ਵੀ ਸਿੰਪਲ ਜਿਹੀ ਇਹਦੇ 'ਚ ਸਾਰੀਆਂ ਗੱਲਾਂ ਆ ਜਾਣ। ਲੇਕਿਨ ਮੇਰਾ ਖਿਆਲ ਹੈ ਕਿ ਇਹਦੇ 'ਤੇ ਇਹ ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਕਿ ਸ਼ੁਰੂਆਤ ਹੈ, ਇਹਦੇ ਬਹੁਤ ਸਾਰਾ ਕੰਮ ਹੋਣ ਵਾਲਾ, ਲੇਕਿਨ ਬਹੁਤ ਸਾਰਾ ਕੰਮ ਹੋਇਆ। ਸੈਂਕੜੇ ਬੁੱਕਸ ਹੈਗੀਆਂ ਜਿਨ੍ਹਾਂ ਨੂੰ ਕੰਸਲਟ ਕੀਤਾ ਜਾ ਸਕਦਾ ਆ। ਉਹ ਖੋਜਕਾਰਾਂ ਦਾ ਇੱਕ ਵਿਸ਼ਾ ਹੈ ਔਰ ਉਹਦੇ 'ਚੋਂ ਛੋਟੀ ਮੋਟੀ ਕਈ ਸਾਰੀਆਂ ਚੀਜ਼ਾਂ ਹੋਰ ਵੀ ਕਰੈਕਟ ਹੁੰਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਨਹੀਂ ਇੱਦਾਂ ਨਹੀਂ ਸੀ, ਥੋੜ੍ਹਾ ਜਿਹਾ ਇੱਦਾਂ ਸੀਗਾ। ਇਹ ਇਤਿਹਾਸ ਦਾ ਆਪਣਾ ਇੱਕ ਇਤਿਹਾਸ ਦੀ ਖੋਜ ਦਾ ਇੱਕ ਆਪਣਾ ਵਿਧਾਨ ਹੈਗਾ। ਸੋ ਇਸ ਕਰਕੇ ਇਹਦੇ 'ਚ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਜਾਂ ਕੋਈ ਹੋਰ ਆ, ਉਹਦੇ ਵਿੱਚ ਸਿਰਫ ਇਹੀ ਆ ਕਿ ਵੀ ਉਹ ਇੱਕ ਸੋਰਸ, ਸਭ ਤੋਂ ਪਹਿਲਾਂ ਸੋਰਸ ਦਿੱਤੇ ਗਏ ਆ ਕਿ ਇਹਨਾਂ ਵਿੱਚੋਂ ਲਿਆ ਆ। ਔਰ ਇਸ ਕਰਕੇ ਉਹ ਕਿਤਾਬਾਂ ਦਾ ਬਹੁਤ 500-600 ਕਿਤਾਬ ਜਿਹੜੀ ਹੁਣ ਵੀ ਜ਼ਿਕਰ ਹੋਇਆ, ਉਹਨਾਂ ਵਿੱਚ ਬਹੁਤ ਸਾਰਾ ਕੁਛ ਹੋਊਗਾ। ਲੇਕਿਨ ਆਹ ਚੀਜ਼ਾਂ ਜਿਹੜੀਆਂ ਨਾ ਉਹਨਾਂ ਬਾਰੇ ਕੀ ਆਨਸਰ ਭਗਤ ਸਿੰਘ ਅਤੇ ਜਾਂ ਉਹਨਾਂ ਦੇ ਦਲ ਦੇ ਸਾਥੀ ਕ੍ਰਾਂਤੀਕਾਰੀ ਜਿਹੜੇ ਨਾ ਉਹ ਕੀ ਸਾਨੂੰ ਦਿੰਦੇ, ਸਾਨੂੰ ਸਬਕ ਕੀ ਮਿਲਦਾ ਆ, ਉਹ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਸੀ। ਮੈਂ ਇੱਕ ਵਾਰੀ ਫਿਰ ਬਹੁਤ ਦਿਲੋਂ ਰਿਣੀ ਆ
ਇਸ ਸਮਾਗਮ ਨੂੰ ਆਰਗੇਨਾਈਜ਼ ਕਰਨ ਵਾਲੇ ਡਾਕਟਰ ਕੁਲਦੀਪ ਸਿੰਘ ਜੀ, ਕਿਉਂਕਿ ਲਗਾਤਾਰ ਜੁੜੇ ਵੀ ਰਹੇ ਆ, ਅਤੇ ਥੈਂਕ ਯੂ ਵੈਰੀ ਮੱਚ। ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਤੋਂ ਮਾफ़ੀ ਚਾਹੁੰਦਾ।